ਪ੍ਰਾਕਥਨ। ਜਿਸ ਦੇ ਹੁਕਮ ਦਾ ਵਰਣਨ ਕਰ ਰਹੇ ਹੋ, ਉਸ ਹੁਕਮ ਦੇ ਹੁਕਮੀ ਦਾ ਪਤਾ ਦਿਓ। ਇਹ ਪ੍ਰਸ਼ਨ ਹੁੰਦਾ ਹੈ। ਉੱਤਰ ਦਿੰਦੇ ਹਨ ਕਿ ਉਸ ਨੂੰ ਸਾਰਾ ਵਰਣਨ ਕਰ ਸਕਣਾ ਕਠਿਨ ਹੈ ਤੇ ਕਿਸੇ ਤੋਂ ਹੋ ਨਹੀਂ ਸਕਿਆ। ਪਰ ਜਿਵੇਂ ਜਿਵੇਂ ਆਪਣੇ ਆਪਣੇ ਧਰਵੇ ਤੋਂ ਵਰਣਨ ਕੀਤਾ ਜਾਂਦਾ ਹੈ, ਸੰਖੇਪ ਵਿੱਚ ਇਉਂ ਹੈ: ਗਾਵੈ ਕੋ ਤਾਨ, ਹੋਵੈ ਕਿਸੈ ਤਾਨ। ਕੋਈ ਜਿਸ ਨੂੰ ਕਿ ਜਨਮ ਤੋਂ ਜਾਂ ਇੱਥੇ ਅਭਿਆਸ ਸਤਸੰਗ ਤੋਂ ਕੋਈ ਸ਼ੁਭ ਬਲ ਕਥਨੇ ਕਰਨੇ ਦਾ ਹੋ ਗਿਆ, ਉਹ ਕੋਈ ਉਸ ਦੇ ਬਲ ਨੂੰ ਗਾਉਂਦਾ ਹੈ। ਗਾਵੈ ਕੋ ਦਾਤ, ਜਾਣੈ ਨੀਸਾਨ। ਕੋਈ ਉਸ ਦੀ ਦਾਤ ਨੂੰ ਗਾ ਰਿਹਾ ਹੈ ਤੇ ਇਸ ਨੂੰ ਉਸ ਦੀ ਨਿਸ਼ਾਨੀ ਸਮਝ ਰਿਹਾ ਹੈ। ਗਾਵੈ ਕੋ ਗੁਣ ਵਡਿਆਈਆ ਚਾਰ। ਕੋਈ ਉਸ ਦੇ ਗੁਣਾਂ ਤੇ ਵਡਿਆਈਆਂ ਦੀਆਂ ਸੁੰਦਰਤਾਈਆਂ ਨੂੰ ਗਾ ਰਿਹਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਇਸ ਤਰ੍ਹਾਂ ਕੋਈ ਉਸ ਨੂੰ ਸਮ ਵਿਚਾਰ ਨਾਲ ਤੇ ਕੋਈ ਉਸ ਨੂੰ ਉਸ ਵਿਦਿਆ ਦੁਆਰਾ ਗਾ ਰਿਹਾ ਹੈ ਜਿਸ ਦਾ ਵਿਚਾਰ ਵਿਖਮ ਹੈ। ਗਾਵੈ ਕੋ ਸਾਜ ਕਰੇ ਤਨ ਖੇਹ। ਕੋਈ ਉਸ ਨੂੰ ਸਰੀਰ ਸਾਜ ਕੇ ਖੇਹ ਕਰ ਦੇਣ ਵਾਲਾ ਦੱਸ ਕੇ ਗਾ ਰਿਹਾ ਹੈ। ਗਾਵੈ ਕੋ ਜੀ ਲੈ ਫਿਰ ਦੇਹ। ਕੋਈ ਉਸ ਨੂੰ ਜੀਵ ਲੈ ਕੇ ਫਿਰ ਦੇਹ ਵਿੱਚ ਦੇਣ ਵਾਲਾ ਕਰਤਾਰ ਮੰਨ ਕੇ ਗਾ ਰਿਹਾ ਹੈ। ਗਾਵੈ ਕੋ ਜਾਪੈ ਦਿਸੈ ਦੂਰ। ਕੋਈ ਉਸ ਨੂੰ ਇਉਂ ਦੱਸ ਕੇ ਗਾ ਰਿਹਾ ਹੈ ਕਿ ਉਹ ਜਾਪਦਾ ਹੈ, ਜਾਣਿਆ ਜਾਂਦਾ ਹੈ, ਪਰ ਪ੍ਰਾਪਤੀ ਉਸ ਦੀ ਦੂਰ ਦਿਸਦੀ ਹੈ। ਅਰਥਾਤ ਕੁਦਰਤ ਵਿੱਚ ਵਿਉਂਤ ਹਿਸਾਬ ਤੇ ਤਰਤੀਬ ਆਦਿ ਤੋਂ ਜਾਪਤਾ ਜਾਂਦਾ ਹੈ, ਪਰ ਜੋਗ ਆਦਿ ਕਠਿਨ ਸਾਧਨਾ ਨਾਲ ਦਿਸਦਾ ਅਰਥਾਤ ਪ੍ਰਾਪਤ ਹੁੰਦਾ ਹੈ। ਗਾਵੈ ਕੋ ਵੇਖੈ ਹਾਜ਼ਰਾ ਹਦੂਰ। ਕੋਈ ਉਸ ਨੂੰ ਹਾਜ਼ਰਾ ਹਜ਼ੂਰ ਵੇਖ ਕੇ ਗਾ ਰਿਹਾ ਹੈ, ਭਾਵ ਪਰਾ ਭਗਤੀ ਜਾਂ ਭਗਤੀ ਗਿਆਨ ਨਾਲ ਅਨੁਭਵ ਕਰਕੇ ਅਪਰੋਖ ਦੇਖ ਰਿਹਾ ਹੈ। ਕਥਨਾ ਕਥੀ ਨਾ ਆਵੈ ਟੋਟ। ਇਸ ਪ੍ਰਕਾਰ ਦੇ ਕਥੇ ਗਏ ਕਥਨਾਂ ਦਾ ਅੰਤ ਨਹੀਂ ਪਾਇਆ ਜਾਂਦਾ। ਕਥ ਕਥ ਕਥੀ ਕੋਟਿ ਕੋਟ ਕੋਟ। ਭਾਵੇਂ ਕਰੋੜਾਂ ਕਥਨ ਹਾਰਿਆਂ ਨੇ ਕਰੋੜਾਂ ਕਥਨੀਆਂ ਕਰੋੜਾਂ ਵਾਰ ਕਹੀਆਂ। ਦੇਂਦਾ ਦੇ ਲੈਂਦੇ ਥੱਕ ਪਾਹੇ। ਪਰ ਦੇਣਦਾਰ ਦੇਂਦਾ ਹੀ ਦੇਂਦਾ ਹੈ, ਲੈਣ ਹਾਰੇ ਥੱਕ ਜਾਂਦੇ ਹਨ। ਭਾਵ ਲੈਂਦੇ ਲੈਂਦੇ ਉਹਨਾਂ ਦੇ ਸਰੀਰ ਅੰਤ ਹੋ ਜਾਂਦੇ ਹਨ, ਪਰ ਦਾਤ ਫੇਰ ਨਹੀਂ ਮੁੱਕਦੀ। ਮੁੜ ਜਨਮ ਧਾਰ ਕੇ ਉਹ ਲੈਣ ਹਾਰੇ ਫੇਰ ਲੈਂਦੇ ਹਨ। ਜੁਗਾ ਜੁਗੰਤਰ ਖਾਹੀ ਖਾਹੇ। ਇਉਂ ਜੁਗਾਂ ਜੁਗਾਂਤਰਾਂ ਤੋਂ ਭੋਗਦੇ ਚਲੇ ਆ ਰਹੇ ਹਨ। ਹੁਕਮੀ ਹੁਕਮ ਚਲਾਏ ਰਾਹੋ। ਇਹ ਸਾਰੀ ਮਰਿਆਦਾ ਹੁਕਮੀ ਦਾ ਹੁਕਮ ਚਲਾ ਰਿਹਾ ਹੈ, ਪਰ ਇਸ ਹੁਕਮ ਦੇ ਸੰਚਾਲਨ ਨਾਲ ਉਹ ਹੁਕਮੀ ਕਿਸੇ ਲਿਪਾਏ ਮਾਨਤਾ ਜਾਂ ਕਿਸੇ ਸੋਚ ਫਿਕਰ ਵਿੱਚ ਗਰਸਿਆ ਨਹੀਂ ਜਾਂਦਾ। ਨਾਨਕ ਵਿਗਸੈ ਵੇ ਪਰਵਾਹੋ। ਉਹ ਸਦਾ ਬੇਪਰਵਾਹ ਨਿਰਲੇਪ ਤੇ ਆਨੰਦ ਰਹਿੰਦਾ ਹੈ, ਕਹਿੰਦੇ ਹਨ ਗੁਰੂ ਨਾਨਕ ਦੇਵ ਜੀ। ਵਿਆਖਿਆ। ਦੂਜੀ ਪੌੜੀ ਵਿੱਚ ਜੋ ਹੁਕਮ ਦਾ ਜ਼ਿਕਰ ਆਇਆ ਹੈ, ਉਸ ਤੋਂ ਖਿਆਲ ਹੋ ਸਕਦਾ ਹੈ ਕਿ ਹੁਕਮ ਕੋਈ ਬਿਜਲੀ ਜਾਂ ਗਰਮੀ ਵਾਂਗੂ ਸ਼ਕਤੀ ਮਾਤਰ ਹੈ, ਜਾਂ ਕਰਮ ਵਾਂਗੂ ਕੋਈ ਸਬਲਤਾ ਹੈ, ਜਾਂ ਆਪੇ ਤੁਰ ਰਿਹਾ ਕੋਈ ਕਾਨੂੰਨੇ ਕੁਦਰਤ ਹੈ ਜੋ ਆਪੇ ਸੁਤੰਤਰ ਆਪਣਾ ਕਾਰਜ ਕਰ ਰਿਹਾ ਹੈ। ਇਹ ਸੰਸਾ ਨਾ ਪਵੇ, ਇਸ ਲਈ ਗੁਰੂ ਜੀ ਇਸ ਤੀਸਰੀ ਪੌੜੀ ਦੇ ਅੰਤ ਵਿੱਚ ਹੁਕਮ ਦੇ ਸੁਆਮੀ ਦਾ, ਜਿਸ ਤੋਂ ਹੁਕਮ ਤੁਰਦਾ ਹੈ, ਪਤਾ ਦਿੰਦੇ ਤੇ ਉਸ ਨੂੰ ਹੁਕਮੀ ਦੱਸਦੇ ਹਨ। ਚਾਹੋ ਪਹਿਲੀ ਪੌੜੀ ਵਿੱਚ ਉਸ ਨੂੰ ਰਜਾਈ ਕਹਿ ਆਏ ਹਨ, ਪਰ ਹੁਣ ਹੁਕਮੀ ਕਹਿ ਕੇ ਮੂਲੋਂ ਨਿਰਸੰਸੇ ਕਰਦੇ ਹਨ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਵਿੱਚ ਦੱਸਦੇ ਹਨ ਕਿ ਹੁਕਮੀ ਜਗਤ ਪ੍ਰਬੰਧ ਦੀ ਸਾਰੀ ਮਰਿਆਦਾ ਆਪ ਚਲਾ ਰਿਹਾ ਹੈ। ਜਿਸ ਆਪਣੇ ਵਿਚਾਰ ਦੁਆਰਾ ਇਹ ਕੰਮ ਕਰ ਰਿਹਾ ਹੈ, ਉਸ ਦਾ ਨਾਮ ਹੁਕਮ ਹੈ। ਪਰ ਇਸ ਹੁਕਮ ਨਾਲ ਉਹ ਹੁਕਮੀ ਕਿਸੇ ਪ੍ਰਵਾਹ
ਅਰਥਾਤ ਲਿਪਾਇਮਾਨਤਾ ਵਿੱਚ ਨਹੀਂ ਆਉਂਦਾ, ਨਾ ਹੀ ਉਸ ਦਾ ਆਨੰਦ ਸਰੂਪ ਕਿਸੇ ਵਟਾਓ ਵਿੱਚ ਜਾਂਦਾ ਹੈ। ਉਹ ਅਲੇਪ ਤੇ ਆਨੰਦ ਹੀ ਵਰਤਦਾ ਹੈ। ਭਾਵ ਇਹ ਕਿ ਹੁਕਮ ਉਸ ਦੀ ਕੋਈ ਐਸੀ ਖੇਲ ਹੈ ਜੋ ਜਗਤ ਮਰਿਆਦਾ ਤੋਰ ਰਿਹਾ ਹੈ ਤੇ ਜਿਸ ਨਾਲ ਉਹ ਆਪਣੀ ਪ੍ਰਣਾਮੀ ਨਹੀਂ ਹੁੰਦਾ। ਦੂਸਰੀ ਪੌੜੀ ਵਿੱਚ ਹੀ ਆਪਨੇ ਫਰਮਾਇਆ ਸੀ, ਹੁਕਮ ਨਾ ਕਹਿਆ ਜਾਈ। ਇਸ ਪੌੜੀ ਵਿੱਚ ਜਦ ਕਿਹਾ ਹੁਕਮ ਦਾ ਹੁਕਮ ਹੀ ਹੈ ਤੇ ਉਹ ਹੁਕਮ ਨਾਲ ਕਾਰ ਚਲਾ ਰਿਹਾ ਹੈ, ਤਾਂ ਸੁਤੇ ਪ੍ਰਸ਼ਨ ਹੁੰਦਾ ਹੈ ਕਿ ਆਪਨੇ ਹੁਕਮ ਕਿਹਾ ਨਹੀਂ ਜਾਂਦਾ ਆਖਿਆ ਸੀ। ਇਸ ਤੋਂ ਸਪਸ਼ਟ ਹੈ ਕਿ ਹੁਕਮੀ ਵੀ ਨਹੀਂ ਕਿਹਾ ਜਾ ਸਕਦਾ। ਪਰ ਅਸੀਂ ਦੇਖਦੇ ਹਾਂ ਕਿ ਹੁਕਮੀ ਦਾ ਜਸ਼ ਗਾਇਨ ਕਥਨ ਜਗਤ ਵਿੱਚ ਹੋ ਰਿਹਾ ਹੈ। ਫਿਰ ਹੁਕਮ ਦਾ ਕਥਨ ਕਿਉਂ ਨਹੀਂ ਹੋ ਸਕਦਾ? ਇਸ ਲਈ ਆਪ ਫਰਮਾਉਂਦੇ ਹਨ ਕਿ ਠੀਕ ਹੈ ਕਿ ਹੁਕਮੀ ਦਾ ਗੁਣ ਗਾਇਨ ਤੇ ਕਥਨ ਹੋ ਰਿਹਾ ਹੈ, ਪਰ ਉਹ ਕਿਸੇ ਕਿਸੇ ਗੁਣ ਨੂੰ ਲੈ ਕੇ ਕਥਨਹਾਰਿਆਂ ਦੀ ਮਿੱਤ ਵਿੱਚ ਹੋ ਰਿਹਾ ਹੈ। ਗੁਣਾਂ ਦਾ ਸਮੱਗਰ ਗਾਇਨ ਕੇ ਸਰੂਪ ਦਾ ਵਰਣਨ ਸਾਰਾ ਨਹੀਂ ਹੋ ਰਿਹਾ ਤੇ ਨਾ ਹੀ ਹੋ ਸਕਦਾ ਹੈ। ਨਾ ਮਿੱਤ ਵਾਲੇ ਅਮਿੱਤ ਦੇ ਸਾਰੇ ਗੁਣਾਂ ਨੂੰ ਜਾਣਦੇ ਹੀ ਹਨ। ਕਿਤਨਾ ਕੋਈ ਪਏ ਕਹਿਣ, ਫਿਰ ਹੋਰ ਅਜੇ ਬਾਕੀ ਹੋਰ ਕਹਿਣੇ ਯੋਗ ਹੁੰਦਾ ਹੈ। ਇਉਂ ਹੁਕਮੀ ਬਾਬਤ ਕਥਨ ਮੁੱਕਦਾ ਨਹੀਂ। ਇਸ ਕਰਕੇ ਹੁਕਮੀ ਵਾਂਗੂ ਹੁਕਮ ਅਕਥ ਹੀ ਰਿਹਾ। ਹਾਂ, ਹੁਕਮ ਦੀ ਅਟਲਤਾ, ਹੁਕਮ ਦੀ ਹੁਕਮੀ ਨਾਲ ਅਭੇਦਤਾ, ਹੁਕਮ ਤੋਂ ਹੋ ਰਹੇ ਕਾਰਜ, ਹੁਕਮ ਦੀ ਸਫਲਤਾ ਪੌੜੀ ਦੂਜੀ ਵਿੱਚ ਪਿੱਛੇ ਵਰਣਨ ਹੋ ਚੁੱਕੀ ਹੈ। ਇਸ ਪੌੜੀ ਵਿੱਚ ਆਏ ਕੋਈ ਕੋਈ ਗਾਉਣ ਹਾਰੇ ਕਿਸੇ ਕਿਸੇ ਗੁਣ ਨੂੰ ਲੈ ਕੇ ਗਾ ਰਹੇ ਦੱਸੇ ਹਨ। ਖਿਆਲ ਹੁੰਦਾ ਹੈ ਕਿ ਕਿਉਂ ਕਥਨ ਹਾਰੇ ਕਥ ਤੇ ਗਾ ਰਹੇ ਹਨ। ਰੱਬ ਜੀ ਦਾ ਅੰਤ ਲੈਣਾ ਤਾਂ ਪ੍ਰਯੋਜਨ ਹੋ ਨਹੀਂ ਸਕਦਾ, ਕਿਉਂਕਿ ਬੇਅੰਤ ਦਾ ਅੰਤ ਕਿਸ ਲੈ ਸਕਣਾ ਹੈ। ਫਿਰ ਨਿਸ਼ਕਾਮਤਾ ਲਈ ਜੋ ਗਾ ਰਹੇ ਹਨ ਕਿ ਕਲਿਆਣ ਹੋਵੇ, ਉਹ ਕਲਿਆਣ ਪਾ ਗਏ। ਬਹੁਤੇ ਸਕਾਮਤਾ ਲਈ ਗਾ ਰਹੇ ਹਨ ਕਿ ਜੋ ਲੋੜਾਂ ਪੂਰਨ ਕਰਨ ਲਈ ਦਾਤਾਂ ਮੰਗਦੇ ਹਨ। ਇਹ ਲੁਪਤੀ ਵਿੱਚ ਰੱਖ ਕੇ ਗੁਰੂ ਜੀ ਦੋ ਤੁਕਾਂ ਵਿੱਚ ਉੱਤਰ ਦਿੰਦੇ ਹਨ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ। ਕਿ ਉਹ ਅਮਿੱਤ ਹੈ, ਦਾਤਾਂ ਵੀ ਅਮਿੱਤ ਹਨ। ਉਹ ਦੇਂਦਾ ਥੱਕਦਾ ਨਹੀਂ, ਉਸ ਦਾ ਦਿੱਤਾ ਮੁੱਕਦਾ ਨਹੀਂ, ਪਰ ਲੈਣ ਵਾਲੇ ਮਿੱਤ ਵਿੱਚ ਹਨ। ਸੋ ਲੈਂਦੇ ਲੈਂਦੇ ਉਹਨਾਂ ਦੇ ਸਰੀਰ ਰਹਿ ਜਾਂਦੇ ਹਨ, ਭਾਵ ਮਰ ਜਾਂਦੇ ਹਨ। ਪਰ ਦਾਤ ਦੀ ਅਮੁਕਤਾ ਇਤਨੀ ਹੈ ਕਿ ਜੁਗਾਂ ਜੁਗੰਤਰਾਂ ਤੱਕ ਨਹੀਂ ਮੁੱਕਦੀ। ਉਹ ਸੁਕਾਮ ਜਾਚਕ ਹੋਣ ਕਰਕੇ ਮੁੜ ਮੁੜ ਜੰਮਦੇ ਹਨ। ਜੁਗੋ ਜੁਗ ਦਾਤ ਮਿਲਦੀ ਰਹਿੰਦੀ ਹੈ। ਇਹ ਸਾਰੀ ਮਰਿਆਦਾ ਹੁਕਮੀ ਦਾ ਹੁਕਮ ਚਲਾ ਰਿਹਾ ਹੈ। ਆਪ ਆਨੰਦ ਸਰੂਪ ਨਿਰਲੇਪ ਹੈ। ਨਿਰੋਕਤ ਕੋ ਪਦ ਗੁਰਬਾਣੀ ਵਿਖੇ ਕਈ ਅਰਥਾਂ ਵਿੱਚ ਆਇਆ ਹੈ। ਜਿਸ ਤਰ੍ਹਾਂ ਸਭ ਕੋ ਮੀਤ ਹਮ ਆਪਨ ਕੀਨਾ, ਇਥੇ ਕੋ ਦਾ ਭਾਵ ਹੈ ਨੂੰ, ਸਭ ਨੂੰ ਮੀਤ। ਰਾਮ ਕੋ ਬਲ ਪੂਰਨ ਭਾਈ, ਇਥੇ ਕੋ ਦਾ ਭਾਵ ਹੈ ਦਾ, ਰਾਮ ਦਾ ਬਲ। ਕੋ ਨਾ ਬਿਗੋਤੋ ਮੈਂ ਕੋ ਆਹੇ, ਇਥੇ ਕੋ ਦਾ ਭਾਵ ਹੈ ਕੌਣ, ਕੌਣ ਕੌਣ ਨਾ ਬਿਗੂਤੋ। ਕਬੀਰਾ ਹਮਰਾ ਕੋ ਨਹੀਂ, ਇਥੇ ਕੋ ਦਾ ਭਾਵ ਹੈ ਕੋਈ। ਜਾਣੀ ਕਿ ਕੋ ਦੇ ਚਾਰ ਅਰਥ ਹਨ। ਕੋ ਨੂੰ ਵੀ ਕਹਿੰਦੇ ਨੇ, ਕੋ ਦਾ ਨੂੰ ਵੀ ਕਹਿੰਦੇ ਹਨ, ਕੋ ਕੌਣ ਨੂੰ ਵੀ ਕਹਿੰਦੇ ਨੇ, ਕੋ ਕੋਈ ਦਾ ਅਰਥ ਵੀ ਹੈ। ਇਥੇ ਕੋ ਦਾ ਸੰਪਰਦਾਈ ਅਰਥ ਕੋਈ ਲੈ ਕੇ ਟੀਕਾ ਕੀਤਾ ਗਿਆ ਹੈ। ਗਿਆਨੀ ਚੰਦਾ ਸਿੰਘ ਜੀ ਕੌਣ ਅਰਥ ਲੈ ਕੇ ਵੀ ਟੀਕਾ ਕਰਿਆ ਕਰਦੇ ਸਨ। ਸ੍ਰੀ ਨਰੋਤਮ ਪੰਡਤ ਤਾਰਾ ਸਿੰਘ ਜੀ ਅੱਧੀ ਤੁਕ ਵਿੱਚ ਕੌਣ ਅਰਥ ਪ੍ਰਸ਼ਨਵਾਚੀ ਕਰਕੇ ਅਗਲੀ ਅੱਧੀ ਤੁਕ ਵਿੱਚੋਂ ਉੱਤਰ ਦਾ ਭਾਵ ਦਰਸਾਇਆ ਕਰਦੇ ਸਨ। ਜਿਸ ਤਰ੍ਹਾਂ ਕੌਣ ਉਸ ਦਾ ਬਲ ਗਾ ਸਕਦਾ ਹੈ। ਉੱਤਰ ਜਿਸ ਵਿੱਚ ਬਲ ਹੋਵੇ, ਪਰ ਭਾਵ ਤਰੇਹਾਂ ਤਰੀਕਿਆਂ ਦਾ ਸੰਪੂਰਨ ਗਾ ਸਕਣ ਦੀ ਅਸਮਰਥਤਾ ਤੇ ਆ ਟਿਕਦਾ ਹੈ। ਤਾਣ ਦਾ ਭਾਵ ਹੈ ਬਲ, ਪਰਾਕਰਮ, ਭਾਵ ਉਸ ਨੂੰ ਸਰਬ ਸ਼ਕਤੀਮਾਨ ਵਰਣਨ ਕਰਨਾ। ਤਾਣ ਤਰਾਣ ਰੱਖਿਆ। ਤੁਕ ਦਾ ਅਰਥ ਜਿਸ ਕਿਸੇ ਨੂੰ ਰੱਖਿਆ ਪ੍ਰਾਪਤ ਹੋਈ ਹੈ, ਜੈਸੇ ਪ੍ਰਹਿਲਾਦ ਨੂੰ ਉਹ ਗਾਉਂਦਾ ਹੈ। ਰੱਖਿਆ ਅਰਥਾਂ ਵਿੱਚ ਤਾਣ ਪਦ ਪਗ ਉੱਪੇ ਤਾਣਾ ਵਿੱਚ ਆਇਆ ਹੈ।
ਅੱਗੇ ਹੈ ਵਿਚਾਰ। ਵਿਚਾਰ ਦੋ ਪ੍ਰਕਾਰ ਦੀ ਹੈ। ਸਮ ਵਿਚਾਰ ਭਾਵ ਆਮ ਵਿਚਾਰ ਜੋ ਬਹੁਤ ਕਠਿਨ ਨਾ ਹੋਵੇ, ਅਤੇ ਵਿਖਮ ਵਿਚਾਰ, ਇਸ ਦਾ ਭਾਵ ਹੈ ਕਠਿਨਤਾ ਨਾਲ ਪ੍ਰਾਪਤ ਹੋਣ ਵਾਲੀ ਵਾਕਫੀ, ਜੈਸੇ ਨਿਆਏ ਵੇਦਾਂਤ ਆਦਿ ਦੁਆਰਾ। ਦਿਸੈ ਦੂਰ, ਪ੍ਰਾਪਤੀ ਦੂਰ ਦਿਸਦੀ ਹੈ। ਮੋਹ ਮਾਇਆ ਵਿੱਚ ਫਸਿਆਂ ਨੂੰ ਦੂਰ ਦਿਸਦਾ ਹੈ, ਵਿਵੇਕੀਆਂ ਨੂੰ ਨੇੜੇ ਜਾਪਦਾ ਦਿਸਦਾ ਹੈ। ਥੱਕ ਪਾਹੇ, ਇਸ ਦਾ ਅਰਥ ਹੈ ਦਾਤਾਂ ਖਾਂਦੇ ਖਾਂਦੇ ਥੱਕ ਪੈਣ ਦਾ ਭਾਵ। ਸਰੀਰ ਦਾ ਭੋਗਣੋਂ ਭੁੰਚਣੋਂ ਰਹਿ ਜਾਣਾ ਭਾਵ ਮਰ ਜਾਣਾ। ਜੁਗਾ ਜੁਗੰਤਰ ਖਾਹੀ ਖਾਹੇ, ਜੁਗਾਂ ਜੁਗੰਤਰਾਂ ਵਿੱਚ ਖਾਣ ਤੋਂ ਮੁਰਾਦ ਹੈ ਜਨਮ ਦਰ ਜਨਮ। ਜੁਗ ਵੀ ਪਲਟ ਜਾਣ ਤਾਂ ਵੀ ਦਾਤ ਮਿਲਦੀ ਰਹਿੰਦੀ ਹੈ। ਵਿਗਸੈ, ਸੰਸਕ੍ਰਿਤੀ ਵਿੱਚ ਵਿਕਾਸ, ਵੇ ਪਲਸ ਕਾਸ਼ ਭਾਵ ਚਮਕਣਾ, ਪ੍ਰਕਾਸ਼ ਕਰਨਾ। ਖੇੜਾ, ਖੇੜੇ ਵਿੱਚ ਆਨੰਦ ਵਿੱਚ, ਆਨੰਦ ਵਿੱਚ ਰਹਿੰਦਾ ਹੈ, ਖੁਸ਼ ਹੁੰਦਾ ਹੈ ਜਾਂ ਰਹਿੰਦਾ ਹੈ। ਵਿਗਾਸ, ਵਿਗਸੈ ਪਦ ਗੁਰਬਾਣੀ ਵਿੱਚ ਆਨੰਦ, ਖੁਸ਼ੀ, ਖੇੜੇ ਅਰਥਾਂ ਵਿੱਚ ਕਈ ਵੇਰ ਆਇਆ ਹੈ। ਅੱਗੇ ਹੈ ਬੇਪਰਵਾਹੋ। ਫਾਰਸੀ ਦੇ ਵਿੱਚ ਬੇ ਭਾਵ ਬਿਨਾ, ਪ੍ਰਵਾਹ ਭਾਵ ਫਿਕਰ। ਚਿੰਤਾ, ਇੱਛਾ, ਲੋੜ, ਮੋਹ, ਡਰ ਆਦਿ ਬਿਨਾ ਚਿੰਤਾ ਦੇ, ਬਿਨਾ ਪਕੜ ਦੇ ਸੁਤੰਤਰ ਹੈ, ਅਲੇਪ ਹੈ।